ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੈਸ ਟਿਊਟਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਰ। ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਲਾਸ 10th 2022-23 ਦਾ ਸੈਂਪਲ ਪੇਪਰ ਦੇ ਸੈਕਸ਼ਨ A ਦੇ ਫਸਟ 10 ਕੁਐਸਚਨ। ਇਸ ਵੀਡੀਓ ਨੂੰ CBSE ਐਂਡ ਪੰਜਾਬ ਬੋਰਡ ਬਹੁਤ ਸਟੂਡੈਂਟ ਦੇਖ ਸਕਦੇ ਹੋ ਕਿਉਂਕਿ ਦੋਨਾਂ ਦਾ ਸਿਲੇਬਸ ਤੇ ਕੁਐਸਚਨ ਸੇਮ ਨੇ। ਸੋ ਆਓ ਸਟਾਰਟ ਕਰਦੇ ਹਾਂ। ਫਸਟ ਕੁਐਸਚਨ ਦੇ ਵਿੱਚ ਆਪਾਂ ਨੂੰ ਕੀ ਕਹਿ ਰਿਹਾ, if two positive integer p and q can be expressed, ਕਹਿੰਦੇ ਦੋ ਪੋਜ਼ਿਟਿਵ ਇੰਟੀਜਰ ਨੇ ਐਕਸਪ੍ਰੈਸਡ ਹੋ ਸਕਦੇ ਨੇ p is equal to ab square and q is equal to aqb, ab b implying number then LCM। ਕੀ ਕਰਨਾ ਹੈ, LCM फाइंड करना है। ਹੁਣ ਦੇਖੋ ਜਿਵੇਂ ਅਸੀਂ ਇੱਥੇ 28 ਦੇ ਫੈਕਟਰ ਕੱਢੇ ਸੀ, ਇਸੇ ਤਰੀਕੇ ਨਾਲ ਅਸੀਂ ਇੱਥੇ ਕੀ ਕਰਨਾ ਹੈ, ab square is equal to, ਹੁਣ ਇਹਦੇ ਵਿੱਚ ਆਪਾਂ ਦੇਖਣਾ a ਕਿੰਨੇ ਹੈ, ਸਿੰਗਲ a ਹੈ, b ਦੀ ਪਾਵਰ 2 ਹੈ, ਮੀਨਸ b ਮਲਟੀਪਲਾਈ p, b ਦੋ ਵਾਰੀ ਲਿਖਣਾ ਹੈ। ਉਸ ਤੋਂ ਬਾਅਦ ਕੀ ਕਰ ਰਿਹਾ ਹੈ, a q b, a ਦੀ ਪਾਵਰ ਕਿੰਨੀ ਹੈ 3, ਇਟ ਮੀਨਸ ਕੀ ਹੈ a ਮਲਟੀਪਲਾਈ a। ਸੇਮ ਜੋ ਸੀ ਐਗਜ਼ਾਮਪਲ ਵੀ ਮੈਂ ਤੁਹਾਨੂੰ ਸਮਝਾਇਆ ਸੀ ਉਹੀ ਤੁਸੀਂ ਇੱਥੇ ਕਰਨਾ ਹੈ। ਦੇਖੋ ਕਾਮਨ ਕਰ ਲੈਣਾ ਹੈ, a ਕਾਮਨ ਆ ਗਿਆ, ਬਾਹਰ ਆ ਗਿਆ, ਮਲਟੀਪਲਾਈ ਦੇਖੋ ਇਹ ਕੀ ਹੈ b ਕਾਮਨ ਆ ਗਿਆ b, ਐਂਡ ਤੁਹਾਡੇ ਕੋਲ ਹੋਰ ਕੀ ਬਚਿਆ, ਦੇਖੋ ਇੱਥੇ ਇੱਕ b ਬਚ ਗਿਆ ਐਂਡ 2 a ਬਚ ਗਏ। ਇਹਨਾਂ ਨੂੰ ਤੁਸੀਂ ਲਾਸਟ ਦੇ ਵਿੱਚ ਮਲਟੀਪਲਾਈ ਪਾ ਕੇ ਲਿਖ ਦੇਣਾ। ਹੁਣ ਦੇਖੋ ਇਸ ਦੇ ਵਿੱਚ ਕਿੰਨੇ ਤੁਹਾਡੇ ਕੋਲ a ਨੇ, 1 2 3, ਸੋ ਕੀ ਹੋਇਆ a ਦੀ ਪਾਵਰ q, ਵੀ a 3 ਟਾਈਮ ਹੈ ਐਂਡ ਮਲਟੀਪਲਾਈ b 2 ਟਾਈਮ ਹੈ। ਸੋ ਕੀ ਹੋਇਆ ਸਾਡੇ ਕੋਲ ਆਨਸਰ a q b ਦਾ ਸਕੁਅਰ। ਇਹ ਕੀ ਹੋ ਗਿਆ, LCM ਹੋ ਗਿਆ ਸਾਡੇ ਕੋਲ, ਜੋ ਇਸ ਦਾ ਆਨਸਰ ਸੀ a q b। ਸੋ ਅਸੀਂ ਟਿਕ ਕਰ ਦਾਂਗੇ a q b ਤੇ ਇਸ ਦਾ ਆਨਸਰ ਹੋ ਜਾਏਗਾ। ਹੁਣ ਦੇਖਦੇ ਹਾਂ ਨੈਕਸਟ ਕੁਐਸਚਨ। ਸੈਕੰਡ ਕੁਐਸਚਨ ਵਿੱਚ ਦੇਖੋ ਕੀ ਕਹਿ ਰਿਹਾ, what is the greatest possible speed at which a man can walk 52 kilometer and 91 kilometer। ਕਹਿੰਦਾ ਵੀ greatest possible speed ਕੀ ਹੋਊਗੀ ਜਦੋਂ ਕੋਈ ਬੰਦਾ 52 ਕਿਲੋਮੀਟਰ ਐਂਡ 91 ਕਿਲੋਮੀਟਰ ਵਾਕ ਕਰਦਾ ਹੈ in an exact number of hour, ਕਿੰਨੇ ਆਵਰ ਦੇ ਵਿੱਚੋਂ ਵਾਕ ਕਰਦਾ ਹੈ। greatest possible speed ਕੀ ਆ। ਹੁਣ ਸਟੂਡੈਂਟ ਇੱਥੇ ਕਨਫਿਊਜ਼ ਹੋ ਜਾਂਦੇ ਨੇ ਕਿ ਸਾਨੂੰ ਤਾਂ ਜੀ ਇਹ ਕੁਐਸਚਨ ਕਰਵਾਇਆ ਨਹੀਂ ਕੋਈ greatest possibility ਦਾ, ਪਰ ਸਾਨੂੰ ਕੁਐਸਚਨ ਕੀ ਕਰਾਇਆ ਹੋਇਆ HCF, ਇਟ ਮੀਨਸ ਕੀ ਹੁੰਦਾ ਹੈ, ਹਾਈਐਸਟ ਕਾਮਨ ਫੈਕਟਰ। ਠੀਕ ਹੈ ਜੀ, ਇੱਥੇ ਕੀ ਕਰਨਾ ਹੈ, ਤੁਸੀਂ ਸਿੰਪਲ HCF ਕੱਢਣਾ ਹੈ ਕਿਸ ਦਾ, 52 ਐਂਡ 91 ਦਾ। HCF ਕੱਢਣ ਲਈ ਅਸੀਂ ਕੀ ਕਰਦੇ ਹਾਂ, 2 ਨਾਲ ਡਿਵਾਈਡ ਕਰਾਂਗੇ, 26 ਆ ਜਾਏਗਾ, 13 ਆ ਗਿਆ, 13 1 ਦਾ 13, 52 ਦੇ ਸਾਡੇ ਕੋਲ ਫੈਕਟਰ ਆ ਗਏ 2 ਮਲਟੀਪਲਾਈ 13। ਇਸੇ ਤਰੀਕੇ ਨਾਲ ਅਸੀਂ ਕੀ ਕਰਾਂਗੇ 91 ਦੇ ਬਣਾਵਾਂਗੇ। 91 ਕਿੱਥੇ ਆਉਂਦਾ ਹੈ, 7 ਦੇ ਟੇਬਲ ਦੇ ਵਿੱਚ 13 ਤੇ ਆਉਂਦਾ ਹੈ। 13 ਕਿੱਥੇ ਆਉਂਦਾ ਹੈ, 13 ਦੇ ਟੇਬਲ 'ਚ 1 ਤੇ ਆਉਂਦਾ ਹੈ। ਸੋ ਸਿੰਪਲ 91 ਇਜ਼ ਇਕੁਅਲ ਟੂ 7 ਮਲਟੀਪਲਾਈ 13, ਕਾਮਨ ਕੱਢ ਦਾਂਗੇ, 13 ਕਾਮਨ ਹੋ ਗਿਆ ਆਪਣੇ ਕੋਲ। ਇਹੀ ਹੋ ਗਈ ਆਪਣੇ ਕੋਲ HCF is equal to 13। next question ਵਿੱਚ ਕੀ ਕਹਿ ਰਿਹਾ, if one zero of the quadratic polynomial x square plus 3x plus k is 2 then the value of k। ਇਹ ਤੁਸੀਂ ਯਾਦ ਰੱਖ ਲਓ ਸਟੂਡੈਂਟ, ਇਸ ਤਰੀਕੇ ਦੇ ਕੁਐਸਚਨ ਵੈਰੀ ਇੰਪੋਰਟੈਂਟ ਹੁੰਦੇ ਨੇ, ਵੈਰੀ ਇੰਪੋਰਟੈਂਟ, ਕਿਉਂਕਿ ਇਹ ਕੁਐਸਚਨ k ਦੀ ਵੈਲਿਊ ਵਾਲਾ ਹਮੇਸ਼ਾ ਇੱਕ ਨਾ ਇੱਕ ਕੁਐਸਚਨ ਜ਼ਰੂਰ ਆਣਾ ਹੁੰਦਾ ਹੈ, ਇਸ ਕਰਕੇ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਸਮਝ ਲਓ। ਇੱਥੇ ਕੀ ਕਰਨਾ ਸੀ, ਸਿੰਪਲ ਕੁਐਸਚਨ ਹੁੰਦਾ, ਦੇਖੋ ਇਹ ਤੁਸੀਂ ਇਕੁਏਸ਼ਨ ਲਿਖ ਲੈਣੀ ਹੈ x square plus 3x plus k। x ਦੀ ਜਗ੍ਹਾ ਤੇ ਕੀ ਕਹਿੰਦਾ ਉਹ ਕਿ ਤੁਸੀਂ 2 ਪੁੱਟ ਕਰ ਦਿਓ, ਬਸ 2 ਦਾ ਸਕੁਅਰ। ਇੱਥੇ x ਦਾ ਸਕੁਅਰ ਹੈ, x ਦੀ ਜਗ੍ਹਾ ਤੇ 2 ਪੁੱਟ ਕਰਤਾ, ਸਕੁਅਰ ਐਜ਼ ਇਟ ਇਜ਼ ਤੁਸੀਂ ਨਾਲ ਰੱਖਣਾ ਹੈ 3। ਹੁਣ ਦੇਖੋ ਜਿੱਥੇ x ਆ ਗਿਆ ਉੱਥੇ ਅਸੀਂ 2 ਲਗਾਤਾ k। ਹੁਣ 2 ਦਾ ਸਕੁਅਰ ਮੀਨਸ 2 ਮਲਟੀਪਲਾਈ 2, ਆंसर आ जाएगा 4 प्लस 3 2 ਦਾ 6 प्लस k, इसमें प्लस कर देंगे 10 प्लस k इज इक्वल टू 0 लगावांगे, k इज इक्वल टू ਹੁਣ ਜਿਹੜਾ 10 ਹੈ ਇਹ ਰਾਈਟ ਹੈਂਡ ਸਾਈਡ ਚੱਲ ਜਾਏਗਾ, इज इक्वल टू ਕਿੰਨਾ ਹੋ ਜਾਏਗਾ, ਇਹਦੇ ਅੱਗੇ ਸਾਈਨ ਕਿਹੜਾ, ਦੇਖੋ ਕੁਝ ਵੀ ਲੱਗਿਆ ਤਾਂ ਤੁਸੀਂ ਸਪੋਜ਼ ਕਰਨਾ ਹੈ ਕਿ ਕੀ ਹੈ ਪਲੱਸ ਦਾ, ਦੂਜੀ ਸਾਈਡ ਜਾਏਗਾ ਤਾਂ ਕੀ ਹੋ ਜਾਏਗਾ ਮਾਈਨਸ ਦਾ। ਸੋ k ਦੀ ਵੈਲਿਊ ਕੀ ਆ ਗਈ -10, ਆंसर ਅਸੀਂ ਇੱਥੇ ਟਿਕ ਕਰ ਦਾਂਗੇ -10। फोर्थ क्वेश्चन अपने को, graphically the pair of equation given by represent two line which are।
ਹੁਣ ਇਸ ਨੂੰ ਰਿਪਰੈਜ਼ੈਂਟ ਕਰਨਾ ਤੁਸੀਂ ਵਿਚ ਆਰ ਇੰਟਰਸੈਕਟਿੰਗ ਪੈਰਲਲ ਕੋਇਨਸੀਡੈਂਟ ਇੰਟਰਸੈਕਟਿੰਗ ਐਟ ਐਗਜ਼ੈਕਟਲੀ 2 ਪੁਆਇੰਟਸ। ਤੁਸੀਂ ਇਸ ਕੁਐਸਚਨ ਨੂੰ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਗੱਲ ਸਮਝਾਦਾ ਕਿ ਇੰਟਰਸੈਕਟਿੰਗ ਨੂੰ ਕਿਵੇਂ ਸ਼ੋ ਕਰਦੇ ਹਾਂ ਅਸੀਂ, ਪੈਰਲਲ ਨੂੰ ਕਿਵੇਂ ਕਰਦੇ ਹਾਂ, ਕੋਇਨਸੀਡੈਂਟ ਨੂੰ ਕਿਵੇਂ ਕਰਦੇ ਹਾਂ। देखो इंटरसेक्टिंग लाइंस मींस a1 upon a2 नॉट इक्वल b1 upon b2। ठीक है जी। ਹੁਣ ਮੈਂ ਤੁਹਾਨੂੰ एग्जांपल ਨਾਲ ਸਮਝਾ ਦਿੰਦਾ। देखो इस क्वेश्चन ਨੂੰ ਕਰਨ ਦੇ ਲਈ ਤੁਹਾਨੂੰ ਹਮੇਸ਼ਾ ਦੋ ਇਕੁਏਸ਼ਨਾਂ ਦਿੱਤੀਆਂ ਹੋਣਗੀਆਂ। ਜਿਵੇਂ ਸਪੋਜ਼ ਦੈਟ ਆਪਾਂ एग्जांपल ਲੈਣੇ ਆ ਵੀ ਤੁਹਾਨੂੰ ਇਕੁਏਸ਼ਨ ਦਿੱਤੀ ਹੋਈ ਆ 2x 3y 8 0, 5x 2y - 9 0। ਤੁਸੀਂ ਕੀ ਕਰਨਾ, ਜੋ x ਦੇ ਨਾਲ ਲਿਖਿਆ ਦੇਖੋ ਇੱਥੇ 2 and 5 ਯਾਨੀ ਇਹ ਕੀ ਹੁੰਦਾ a1 ਇਹ ਹੁੰਦਾ a2। ਤੁਸੀਂ ਕੀ ਕਰਨਾ 2.5 ਲਿਖ ਲੈਣਾ, ਉਸ ਤੋਂ ਬਾਅਦ ਇਜ਼ੀਕਲ ਟੂ ਪਾਣਾ 3/2 ਲਿਖ ਲੈਣਾ, ਫਿਰ ਇਜ਼ੀਕਲ ਟੂ -8 - 9। ਪਰ ਇੰਟਰਸੈਕਟਿੰਗ ਕਰਨ ਦੇ ਲਈ ਤੁਸੀਂ ਕੀ ਕਰਨਾ ਹੈ, ਤੁਸੀਂ ਸਿਰਫ ਦੋ ਦੇਖਣੇ ਨੇ a1 upon a2 ਨॉट ਇਕੁਅਲ b1 upon b2। ਜੇ ਨॉट ਇਕੁਅਲ ਹੈਗੇ ਆ ਤਾਂ ਫਿਰ ਕੀ ਹੋਗਾ, ਅਸੀਂ ਕੀ ਸ਼ੋ ਕਰਾਂਗੇ ਉਹਨੂੰ ਕਿ ਇੰਟਰਸੈਕਟਿੰਗ ਲਾਈਨਸ ਨੇ। ਸੋ ਇੱਥੇ ਕੀ ਹੋ ਰਿਹਾ ਆਪਣੇ ਕੋਲ 2.5 ਐਂਡ 3.2 ਲੈਫਟ ਹੈਂਡ ਸਾਈਡ ਐਂਡ ਰਾਈਟ ਹੈਂਡ ਸਾਈਡ ਇਹ ਕੀ ਹੈ ਨॉट ਇਕੁਅਲ ਹੈ। ਸੋ ਇਟ ਮੀਨਸ ਕੀ ਆਪਾਂ ਆਨਸਰ ਦਵਾਂਗੇ ਕਿ ਇੰਟਰਸੈਕਟਿੰਗ ਲਾਈਨਸ ਨੂੰ ਰਿਪਰੈਜ਼ੈਂਟ ਕਰਦਾ। ਪੈਰਲਲ ਰਿਪਰੈਜ਼ੈਂਟ ਕਿਵੇਂ ਹੁੰਦਾ ਹੈ, ਪੈਰਲਲ a1 upon a2 is equal to b1 upon b2 not equal c1 upon c2। इक्वेशन देखो 2x plus 3y minus 8 is equal to 0, 4x plus 6y minus 9 is equal to 0। देखो ਅਸੀਂ ਕੀ ਕੀਤਾ 2.4 is equal to ਅੱਗੇ ਕੀ ਹੈ 3.6 ਫਿਰ ਕੀ ਹੈ -8 upon -9। ਕਈ ਸਟੂਡੈਂਟ ਕੀ ਕਰਦੇ ਨੇ ਇੱਥੇ ਉਹ ਇਸ ਤਰੀਕੇ ਨਾਲ ਹੀ ਦੇਖ ਲੈਂਦੇ ਨੇ ਕਿ ਇੱਥੇ 2.4 ਹੈ 3.6 ਹੈ ਤਾਂ ਕੀ ਹੋ ਗਿਆ ਨॉट ਇਕੁਅਲ ਕਰ ਦਿੰਦੇ ਨੇ, ਨॉट ਇਕੁਅਲ ਕਰ ਦਿੰਦੇ ਨੇ। ਪਰ ਤੁਸੀਂ ਕੀ ਕਰਨਾ, ਤੁਸੀਂ ਇਹਦੀ ਕਟਿੰਗ ਕਰਕੇ ਦੇਖਣੀ ਹਮੇਸ਼ਾ। ਦੇਖੋ 2 1 ਦਾ 2 2 ਦਾ 3 1 ਦਾ 3 2 ਦਾ ਇਜ਼ੀ ਕਟਿੰਗ ਨਹੀਂ ਹੁੰਦੀ ਤਾਂ ਤੁਸੀਂ ਇਹਨੂੰ ਛੱਡ ਸਕਦੇ ਹੋ। ਹੁਣ ਆਨਸਰ ਕੀ ਆਇਆ ਆਪਣੇ ਕੋਲ 1/2 is equal to 1/2। ਇਹ ਇਕੁਅਲ ਹੋ ਗਏ, फिर अगे की हो गया नॉट इक्वल हो गया -8 - 9 ये नॉट इक्वल हो गया। हुण इसदा मतलब की होया कि ये जिहड़ी इक्वेशन है ये रिप्रेजेंट कर रही है किस नूं, पैरेलल लाइन नूं रिप्रेजेंट कर रही है। नैक्सट देखते हैं असीं कोइंसिडेंट किवें रिप्रेजेंट करते हैं, a1 upon a2 is equal to b1 upon b2 is equal to c1 upon c2। इक्वेशन ले लेने हैं कोई भी 2x plus 3y minus 8, 4x plus 6y minus 16, 2.4 is equal to 3/6 is equal to -8 - 6। ਤੁਸੀਂ ਮਾਈਨਸ ਲਗਾਉਣਾ ਨਹੀਂ ਭੁੱਲਣਾ, ਜੋ ਵੀ ਉਹ ਡਿਜਿਟ ਦੇ ਨਾਲ ਸਾਈਨ ਦਿੱਤਾ ਤੁਸੀਂ ਉਹ ਜ਼ਰੂਰ ਲਗਾਉਣਾ ਹੈ। ਅਸੀਂ ਕਟਿੰਗ ਕਰ ਦਾਂਗੇ ਦੇਖੋ 2 1 ਦਾ 2 2 ਦਾ 3 1 ਦਾ 3 2 ਦਾ 8 1 ਦਾ 8 2 ਦਾ। ਹੁਣ ਕੀ ਹੋ ਗਿਆ ਮਾइनस माइनस खत्म हो गए 1/2 इक्वल 1/2 इक्वल 1/2 तीनों की आ गया इक्वल हो गए, तीनों डिजिट्स इक्वल हो गए। सो इसका मतलब की होया ये जिहड़ी इक्वेशन है अपने कोल ये की करदी है ये कोइंसिडेंट नू रिप्रेजेंट कर रही है। ਹੁਣ ਤੁਸੀਂ ਸੇਮ ਇਸੇ ਮੈਥਡ ਦੇ ਨਾਲ ਇਸ ਕੁਐਸਚਨ ਨੂੰ ਕਰਨਾ। ਦੇਖੋ 6x - 3y + 10 2x - y + 9। ਤੁਸੀਂ ਕੀ ਕਰਨਾ 6/2 is equal to -3 माइनस ਹੁਣ y ਦੇ ਨਾਲ ਕੀ ਹੈ ਕੁਛ नहीं था 1 is equal to 10/9। देखो 2 1 ਦਾ 2 3 ਦਾ इस साइड भी आ गया 3 इक्वल माइनस माइनस खत्म हो गए 3 is equal to ਇਹ नॉट इक्वल हो गया 10/9। ਆਪਣੇ ਕੋਲ ਕੀ ਆ ਗਿਆ 3 = 3। ਤਾਂ ਮੈਂ ਤੁਹਾਨੂੰ ਕੀ ਸਮਝਾਇਆ ਸੀ ਜਦੋਂ a1 upon a2 equal b1 upon b2 ਹੋ ਜਾਂਦਾ ਹੈ ਤਾਂ ਇਹ ਇਕੁਏਸ਼ਨ ਜਿਹੜੀ ਹੈ ਕਿਸ ਨੂੰ ਰਿਪਰੈਜ਼ੈਂਟ ਕਰਦੀ ਹੈ ਪੈਰਲਲ ਲਾਈਨ। ਸੋ ਇਹਦਾ ਆਨਸਰ ਕੀ ਹੋਏਗਾ ਪੈਰਲਲ ਲਾਈਨ। ਫਿਫਥ ਕੁਐਸਚਨ ਦੇ ਵਿੱਚ ਕੀ ਕਹਿ ਰਿਹਾ if the quadratic equation x² + 4x + k = 0 has real and equal roots। ਕਹਿੰਦੇ ਜੇ ਇਸ ਇਕੁਏਸ਼ਨ ਦੇ ਵਿੱਚ real and equal roots ਹਨ then ਤਾਂ ਕੀ ਕਰਨਾ ਤੁਸੀਂ k ਦੀ ਵੈਲਿਊ ਪਤਾ ਕਰਨੀ ਹੈ।
ਹੁਣ ਸਟੂਡੈਂਟ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ ਕਿ ਕੁਆਡ੍ਰਿਕ ਇਕੁਏਸ਼ਨ ਦੇ ਵਿੱਚ ਜਦੋਂ ਰੀਅਲ ਐਂਡ ਇਕੁਅਲ ਰੂਟ ਅਸੀਂ ਕਿਸ ਫਾਰਮੂਲੇ ਦੇ ਨਾਲ ਪਤਾ ਕਰਦੇ ਹਾਂ, b² - 4ac is equal to 0। ਇਸ ਦੇ ਵਿੱਚ ਤੁਸੀਂ ਵੈਲਿਊ ਪੁੱਟ ਕਰ ਦੇਣੀ ਹੈ ਬਸ। ਹੁਣ ਇਕੁਏਸ਼ਨ ਕੀ ਹੈ ਆਪਣੇ ਕੋਲ, x² + 4x + k। ਇਟ ਮੀਨਸ ਕੀ ਹੋਇਆ ਕਿ a is equal to ਕੀ ਆ, a ਮੀਨਸ ਕੀ ਆ, ਇਹ x ਦੇ ਨਾਲ ਕੀ ਲਿਖਿਆ ਸਾਡੇ ਕੋਲ, ਕੁਛ ਨਹੀਂ ਤਾਂ 1 ਮੰਨਣਾ। b is equal to 4, x ਦੇ ਨਾਲ ਕੀ ਲਿਖਿਆ 4 ਪਲਸ c is equal to k, c ਦੀ ਜਗ੍ਹਾ ਤੇ ਕੀ ਲਿਖਿਆ k। ਹੁਣ b ਦੀ ਵੈਲਿਊ ਕੀ ਆਈ ਆਪਣੇ ਕੋਲ 4, ਤਾਂ ਅਸੀਂ 4 ਦਾ ਸਕੁਅਰ, ਕਿਉਂਕਿ ਇਸ ਫਾਰਮੂਲੇ ਦੇ ਵਿੱਚ ਸਕੁਅਰ ਹੈ ਤਾਂ ਅਸੀਂ ਵੀ 4 ਦੇ ਉੱਪਰ ਸਕੁਅਰ ਲਗਾਵਾਂਗੇ, -4 a ਦੀ ਵੈਲਿਊ 1 ਬ੍ਰੈਕਟ ਦੇ ਵਿੱਚ ਰੱਖਣੀ ਹੈ, c ਦੀ ਵੈਲਿਊ k is equal to 0। 4 ਦਾ ਸਕੁਅਰ ਮੀਨਸ 4 × 4 is equal to 16, -4 1 ਦਾ 4k, 4k ਬਣ ਜਾਏਗਾ is equal to 0। ਹੁਣ ਦੇਖੋ -4k ਜਿਹੜੀ ਵੈਰੀਏਬਲ ਵਾਲੀ ਵੈਲਿਊ ਹੈ ਉਹ ਹਮੇਸ਼ਾ ਆਪਣੀ ਜਗ੍ਹਾ ਤੇ ਰਹਿੰਦੀ ਹੈ, is equal to ਨੂਮੈਰੀਕਲ ਜਿਹੜੀ ਵੈਲਿਊ ਆ ਉਹ ਦੂਜੀ ਸਾਈਡ ਚਲੇ ਜਾਂਦੀ ਆ। ਇਸ ਦੇ ਨਾਲ ਕਿਹੜਾ ਸਾਈਨ ਹੈ, ਕੁਛ ਨਹੀਂ ਲੱਗਿਆ ਤਾਂ ਪਲੱਸ ਦਾ ਮੰਨਾਂਗੇ। ਰਾਈਟ ਸਾਈਡ ਜਾ ਕੇ ਕੀ ਹੋਏਗਾ, ਇਹ ਸਾਈਨ ਚੇਂਜ ਹੋ ਜਾਏਗਾ, ਪਲੱਸ ਹੈ ਤਾਂ ਮਾਈਨਸ ਹੋ ਜਾਏਗਾ, ਜੇ ਮਾਈਨਸ ਹੁੰਦਾ ਤਾਂ ਪਲੱਸ ਹੋ ਜਾਣਾ ਸੀ। ਸੋ ਨੈਕਸਟ ਕੀ ਕਰਨਾ ਹੈ, k ਆਪਣੀ ਜਗ੍ਹਾ ਤੇ ਹੀ ਰਹੇਗਾ, -16 ਇਹ ਜੋ ਇਹਦੇ ਨਾਲ ਹੀ ਚਿੰਬੜਿਆ ਹੋਇਆ, ਇਸ ਨੂੰ ਅਸੀਂ ਕੀ ਕਰਨਾ ਹੈ, ਦੂਜੀ ਸਾਈਡ ਲਿਜਾ ਕੇ ਇਸ ਦੇ ਨੀਚੇ ਲੈ ਜਾਣਾ ਹੈ, -4 ਮਾਈਨਸ ਮਾਈਨਸ ਖਤਮ ਹੋ ਜਾਣਾ ਹੈ, 4 1 ਦਾ 4, 4 ਦਾ 16। ਸੋ k ਦੀ ਵੈਲਿਊ ਸਾਡੇ ਕੋਲ ਆ ਗਈ 4। ਸੋ ਆਨਸਰ ਕੀ ਹੋ ਗਿਆ ਸਾਡੇ ਕੋਲ C। 6th ਕੁਐਸਚਨ ਆਪਣੇ ਕੋਲ, the perimeter of a triangle with vertex 0 4 0 0 and 3 0। ਹੁਣ ਇਸ ਕੁਐਸਚਨ ਨੂੰ ਕਰਨ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪੈਰੀਮੀਟਰ ਆਫ ਟ੍ਰਾਇੰਗਲ ਕੀ ਹੁੰਦਾ ਹੈ, ਸਮ ਆਫ ਆਲ ਸਾਈਡਸ। ਸਮ ਆਫ ਆਲ ਸਾਈਡਸ ਕੀ ਹੁੰਦਾ ਹੈ, ਪੈਰੀਮੀਟਰ ਆਫ ਟ੍ਰਾਇੰਗਲ। ਇਹ ਕੁਐਸਚਨ ਜਿਹੜਾ ਦੋ ਤਰੀਕਿਆਂ ਦੇ ਨਾਲ ਅਸੀਂ ਸੋਲਵ ਕਰ ਸਕਦੇ ਹਾਂ, ਜਾਂ ਤੁਸੀਂ ਯੂਜ਼ ਕਰ ਸਕਦੇ ਹੋ ਡਿਸਟਿੰਕਟ ਫਾਰਮੂਲਾ, ਕਿਉਂਕਿ ਇਹ ਜਿਹੜਾ ਕੁਐਸਚਨ ਹੈ ਕਿਹੜੇ ਚੈਪਟਰ ਦੇ ਵਿੱਚੋਂ ਹੈ, 7th ਚੈਪਟਰ ਦੇ ਵਿੱਚੋਂ ਹੈ, ਜਿਸ ਦੇ ਵਿੱਚ ਅਸੀਂ ਡਿਸਟਿੰਕਟ ਫਾਰਮੂਲਾ ਦੇ ਨਾਲ ਸੋਲਵ ਕਰਦੇ ਹਾਂ। ਪਰ ਇਹ ਆ ਰਿਹਾ ਤੁਹਾਡੇ ਕੋਲ ਦੇਖੋ 1 ਨੰਬਰ ਦੇ ਵਿੱਚ, ਮਾਰਕਸ ਮਿਲਣਾ ਤੁਹਾਨੂੰ 1 ਨੰਬਰ। ਪਰ ਜੇ ਤੁਸੀਂ 1 ਨੰਬਰ ਨੂੰ ਸੋਲਵ ਕਰਨ ਦੇ ਲਈ ਡਿਸਟਿੰਕਟ ਫਾਰਮੂਲਾ ਲਗਾਉਂਦੇ ਹੋ ਤਾਂ ਇਹ ਜਿਹੜਾ ਕੁਐਸਚਨ ਹੈ ਇਹ ਬਹੁਤ ਜ਼ਿਆਦਾ ਲੈਂਥੀ ਹੋ ਜਾਏਗਾ, ਇਹ ਤੁਹਾਡੇ 10 ਤੋਂ 15 ਮਿੰਟ ਵੀ ਲੈ ਸਕਦਾ, ਜਿਸ ਨੂੰ ਜੇ ਤੁਸੀਂ ਯੂਜ਼ ਕਰੋਗੇ ਤਾਂ ਇਹ ਕੁਐਸਚਨ ਜਿਹੜਾ ਉਹ 1 ਮਿੰਟ ਦੇ ਵਿੱਚ ਸੋਲਵ ਹੋ ਜਾਏਗਾ। तो ਅਸੀਂ ਦੇਖਦੇ ਹਾਂ ਦੂਜਾ ਫਾਰਮੂਲਾ ਕੀ ਆ। ਹੁਣ ਸੈਕਿੰਡ ਮੈਥਡ ਕੀ ਆ, ਤੁਸੀਂ ਕੀ ਕਰਨਾ, ਦੇਖੋ ਜਿਹੜੀ ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ 0 4 ਜਿਹੜੀ ਪਹਿਲੀ ਵੈਲਿਊ ਦਿੱਤੀ ਹੁੰਦੀ ਆ ਇਹ x ਦੀ ਹੁੰਦੀ ਆ, ਜਿਹੜੀ ਦੂਜੀ ਵੈਲਿਊ ਦਿੱਤੀ ਹੁੰਦੀ ਆ ਇਹ y ਦੀ ਹੁੰਦੀ ਆ। ਸੋ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ। ਹੁਣ ਅਸੀਂ ਕੀ ਕਰਨਾ ਹੈ, x ਦੀ ਵੈਲਿਊ ਕੀ ਹੈ 0 ਤਾਂ ਅਸੀਂ 0 ਤੇ ਨਿਸ਼ਾਨ ਲਗਾ ਦੇਣਾ ਹੈ। ਦੂਜੀ ਵੈਲਿਊ ਕੀ ਹੈ y ਦੀ 4 ਤਾਂ ਅਸੀਂ 4 ਤੇ ਨਿਸ਼ਾਨ ਲਗਾ ਦੇਣਾ ਹੈ। y ਵਾਲੀ ਲਾਈਨ ਤੇ ਜੋ ਲਿਖਿਆ 4 ਉੱਤੇ 4 ਤੇ ਨਿਸ਼ਾਨ ਲਗਾ ਦੇਣਾ ਹੈ। ਹੁਣ ਇਸ ਤੋਂ ਬਾਅਦ ਇਸ ਦੇ ਵਿੱਚ ਕੀ ਹੈ, x ਦੀ ਵੈਲਿਊ 0 y ਦੀ ਵੈਲਿਊ 0, ਯਾਨੀ ਦੋਨੋਂ ਜਿਹੜੇ ਸਾਈਨ ਲੱਗਣਗੇ ਉਹ 0 ਦੇ ਉੱਪਰ ਲੱਗਣਗੇ। ਹੁਣ ਨੈਕਸਟ ਦੇ ਵਿੱਚ ਕੀ ਹੈ, x ਦੀ ਵੈਲਿਊ 3 ਐਂਡ y ਦੀ ਵੈਲਿਊ 0, ਤਾਂ x ਦੀ ਵੈਲਿਊ x ਦੀ ਲਾਈਨ ਤੇ ਆਏਗਾ 3, y ਦੀ ਵੈਲਿਊ ਫਿਰ 0। ਹੁਣ ਦੇਖੋ ਇਸ ਨੂੰ ਕੀ ਕਰਨਾ, ਅਸੀਂ ਇਸ ਨੂੰ ਜੋੜ ਦੇਣਾ ਹੈ। ਹੁਣ ਸਾਡੇ ਕੋਲ ਇਹ ਪਤਾ ਲੱਗ ਗਿਆ ਕਿ ਅਸਲ ਦੇ ਵਿੱਚ ਟ੍ਰਾਇੰਗਲ ਕਿਹੜਾ ਬਣ ਰਿਹਾ। ਜੇ ਤੁਸੀਂ ਇਸ ਤਰ੍ਹਾਂ ਹੀ ਕੋਈ ਇਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਤਾਂ ਇਹ ਸੋਲਵ ਨਹੀਂ ਹੋ ਸਕਦਾ ਸੀ, ਕਿਉਂਕਿ ਤੁਹਾਨੂੰ ਇਹੀ ਨਹੀਂ ਪਤਾ ਕਿ ਟ੍ਰਾਇੰਗਲ ਕਿਹੜਾ ਹੈ, ਰਾਈਟ ਐਂਗਲ ਹੈ ਜਾਂ ਸਿੰਪਲ ਟ੍ਰਾਇੰਗਲ ਹੈ। ਤਾਂ ਹੀ ਤੁਸੀਂ ਉਹ ਫਾਰਮੂਲਾ ਲਗਾ ਸਕਦੇ ਹੋ ਨਾ ਪੈਰੀਮੀਟਰ ਆਫ ਟ੍ਰਾਇੰਗਲ ਦਾ। 0 ਤੋਂ ਲੈ ਕੇ 3 ਦੇ ਵਿੱਚ ਕਿੰਨਾ ਡਿਸਟਿੰਕਟ ਹੈ 3 ਦਾ, 0 ਤੋਂ 4 ਵੀ ਯਾਨੀ ਇਸ ਪੁਆਇੰਟ ਤੋਂ ਲੈ ਕੇ ਇਹ ਪੁਆਇੰਟ ਕਿੱਥੇ ਤੱਕ ਗਿਆ 4 ਤੱਕ, ਤਾਂ ਅਸੀਂ ਕੀ ਮੰਨਾਂਗੇ ਇਸ ਦੀ ਜਿਹੜੀ ਲੈਂਥ ਹੈ ਉਹ ਕਿੰਨੀ ਹੋਗੀ 4 ਐਂਡ ਨੀਚੇ ਬੇਸ ਦੀ ਲੈਂਥ ਕਿੰਨੀ ਹੋਗੀ 3। तो ਅਸੀਂ ਕੀ ਫਾਈਂਡ ਕਰਨਾ, ਦੇਖੋ h। ਤਾਂ ਇਸ ਨੂੰ ਸੋਲਵ ਕਰਨ ਦੇ ਲਈ ਜਦੋਂ ਸਾਡੇ ਕੋਲ ਦੋ ਵੈਲਿਊਜ਼ ਦਿੱਤੀਆਂ ਹੋਣ ਤਾਂ ਥਰਡ ਅਸੀਂ ਫਾਈਂਡ ਕਰਨੀ ਹੋਵੇ ਤਾਂ ਅਸੀਂ ਕੀ ਲਾਉਂਦੇ ਆ, ਪਾਈਥਾਗੋਰਸ ਥਿਓਰਮ ਦਾ ਫਾਰਮੂਲਾ ਲਗਾਉਂਦੇ ਆ। ਕਿਹੜਾ ਹੁੰਦਾ h² = p² + b²। ਪਾਈਥਾਗੋਰਸ ਨੂੰ ਸੋਲਵ ਕਰਨ ਦੇ ਲਈ ਮੈਂ ਇੱਕ ਵੀਡੀਓ ਵੀ ਬਣਾਈ ਹੋਈ ਹੈ, ਜਿਸ ਦਾ ਲਿੰਕ ਜਿਹੜਾ ਹੈ ਉੱਪਰ ਤੁਹਾਨੂੰ ਆਈ ਬਟਨ ਤੇ ਸ਼ੋ ਹੋ ਰਿਹਾ ਹੋਵੇਗਾ, ਤੁਸੀਂ ਉਸ ਵੀਡੀਓ ਦੇ ਵਿੱਚ ਜਾ ਕੇ ਦੇਖ ਸਕਦੇ ਹੋ। ਹੁਣ ਅਸੀਂ ਕੀ ਕਰਨਾ, ਦੇਖੋ h ਦਾ ਸਕੁਅਰ, h ਦੀ ਕਿਉਂਕਿ ਵੈਲਿਊ ਸਾਨੂੰ ਪਤਾ ਨਹੀਂ, 4 ਦਾ ਸਕੁਅਰ + 3 ਦਾ ਸਕੁਅਰ। 4 ਦਾ ਸਕੁਅਰ ਮੀਨਸ 4 ਨੂੰ 4 ਨਾਲ ਮਲਟੀਪਲਾਈ ਕੀਤਾ 16, 3 ਨੂੰ 3 ਨਾਲ ਕੀਤਾ 9, h² ਐਜ਼ ਇਟ ਇਜ਼ ਰਹੇਗਾ h² = 16 + 9 25। ਇਹ ਸਕੁਅਰ ਜਿਹੜਾ ਦੂਜੀ ਸਾਈਡ ਜਦੋਂ ਜਾਏਗਾ ਤਾਂ ਕੀ ਬਣ ਜਾਏਗਾ
रूट बन जाएगा और 25 का रूट की हुंदा है 5 यानी h की वैल्यू आ गई साडे कोल 5। ਹੁਣ ਤੁਸੀਂ ਕੀ ਕਰਨਾ ਹੈ ਹੁਣ ਆਪਣੇ ਕੋਲ ਕੀ ਸੀਗਾ ਦੇਖੋ ਪੈਰੀਮੀਟਰ ਆਫ ਟ੍ਰਾਇੰਗਲ ਕੀ ਹੁੰਦਾ ਹੈ ਸਮ ਆਫ ਆਲ ਸਾਈਡਸ तो इसदियां ਤਿੰਨੀਆਂ ਸਾਈਡ ਜਿਹੜੀਆਂ ਕਿੰਨੀਆਂ ਨੇ ਇੱਕ 5 है एक 4 है एक 3 है ਤਿੰਨਾਂ ਨੂੰ ਪਲੱਸ ਕਰਾਂਗੇ ਤਾਂ ਆਨਸਰ ਕੀ ਆਏਗਾ 12 ਤਾਂ ਤੁਸੀਂ 12 ਤੇ ਟਿਕ ਕਰ ਦੇਣਾ 7th क्वेश्चन अपने कोल if in triangles ABC and DEF AB upon DE equal BC upon FD then they will be similar ਕਹਿੰਦੇ similar ਹੋ ਜਾਣਗੇ when ਜਦੋਂ ਕੀ ਹੋਏਗਾ ਇਸ क्वेश्चन ਨੂੰ ਸੋਲਵ ਕਰਨ ਦੇ ਲਈ ਤੁਸੀਂ ਦੋ ਟ੍ਰਾਇੰਗਲਸ ਦੀ ਡਾਇਗਰਾਮ ਬਣਾ ਲੈਣੀ ਹੈ ABC and DEF देखो पहला की कह रहा है AB and BC AB ਜਿਹੜੀ ਉਹ BC ਦੇ ਇਕੁਅਲ ਹੈ ਦੇਖੋ AB ਇਸ ਟ੍ਰਾਇੰਗਲ ਦੇ ਵਿੱਚ AB and BC इस तरीके ਨਾਲ देखो ਸਾਡੇ ਕੋਲ ਐਂਗਲ ਬਣ ਰਿਹਾ ਇਹਦਾ ਮਤਲਬ ਕੀ ਹੈ ਇਹਦੇ ਸੈਂਟਰ 'ਚ ਕੀ ਆ ਰਿਹਾ B ਐਂਗਲ B ਬਣ ਰਿਹਾ ਸਾਡੇ ਕੋਲ और दूसरी साइड की है DE and FD देखो DE and FD इस दे विच केड़ा एंगल बन रहा है एंगल D इक्वल केड़ा एंगल हो जाएगा D सो इस मींस की होएगा आंसर एंगल B इक्वल एंगल D 8th क्वेश्चन है हुन अपने सामने in which ratio the y axis divides the line segment joining the points 5 -6 and -1 -4 ਹੁਣ ਤੁਸੀਂ ਦੇਖੋ ਇਹ ਰੇਸ਼ੋ ਦੀ ਗੱਲ ਕੀਤੀ ਜਾ ਰਹੀ ਹੈ ਕਿ ਤੁਸੀਂ ਰੇਸ਼ੋ ਫਾਈਂਡ ਕਰਨੀ ਹੈ y ਐਕਸਿਸ ਦੀ ਹਮੇਸ਼ਾ ਤੁਸੀਂ ਇਸ ਕੁਐਸਚਨ ਨੂੰ ਇਸ ਤਰੀਕੇ ਦੇ ਕੁਐਸਚਨ ਨੂੰ ਤੁਸੀਂ ਸੋਲਵ ਕਰਨ ਲਈ ਕੀ ਗੱਲ ਯਾਦ ਰੱਖਣੀ ਹੈ ਜਦੋਂ ਤੁਹਾਨੂੰ ਦੇਖੋ y ਐਕਸਿਸ ਦੀ ਗੱਲ ਕੀਤੀ ਹੋਵੇ ਕਿ y ਐਕਸਿਸ ਡਿਵਾਈਡ ਕਰ ਰਿਹਾ ਤਾਂ ਤੁਸੀਂ ਕੀ ਕਰਨਾ ਹੈ x ਦੀ ਵੈਲਿਊ ਨੂੰ 0 ਮੰਨ ਲੈਣਾ ਹੈ y ਨੂੰ ਐਜ਼ ਇਟ ਇਜ਼ ਰੱਖਣਾ ਹੈ ਤੇ ਜਦੋਂ ਉਹ x ਐਕਸਿਸ ਦੀ ਗੱਲ ਕਰੇਗਾ ਤੁਸੀਂ ਕੀ ਕਰਨਾ x ਦੀ ਵੈਲਿਊ ਨੂੰ ਇਸ ਤਰ੍ਹਾਂ ਹੀ ਰੱਖਣਾ x ਐਂਡ y ਦੀ ਵੈਲਿਊ ਨੂੰ 0 ਪੁੱਟ ਕਰ ਦੇਣਾ ਜਦੋਂ ਵੀ ਅਸੀਂ ਇਸ ਤਰੀਕੇ ਦੇ ਕੁਐਸਚਨ ਕਰਦੇ ਹਾਂ ਤਾਂ ਅਸੀਂ ਕੀ ਕਰਦੇ ਹਾਂ ਲੈਟ ਰੇਸ਼ੋ k ਰੇਸ਼ੋ 1 x is equal to ਇਸ ਦਾ ਫਾਰਮੂਲਾ ਹੁੰਦਾ ਆਪਣੇ ਕੋਲ m1 x2 plus m2 x1 upon m1 plus m2 ਥੋੜਾ ਜਿਹਾ ਤੁਹਾਨੂੰ ਮੈਂ m1 m2 ਬਾਰੇ ਦੱਸਦਾ ਦੇਖੋ ਜਿਸ ਤਰ੍ਹਾਂ ਇਹ ਲਾਈਨ ਆ ਆਪਣੇ ਕੋਲ ਇਹ ਪੁਆਇੰਟ ਹੈ ਇਹ ਮੰਨ ਲਓ ਇਸ ਦੇ ਤੁਹਾਨੂੰ ਇੱਥੇ ਕੋਆਰਡੀਨੇਟ ਦਿੱਤੇ ਨੇ ਪੁਆਇੰਟਸ ਦਿੱਤੇ ਹੋਏ ਨੇ -1 -4 ਤੁਸੀਂ ਕੀ ਕਰਨਾ ਦੇਖੋ ਜਿਹੜਾ ਪੁਆਇੰਟ ਤੋਂ ਲੈਫਟ ਹੈਂਡ ਸਾਈਡ ਹੈ ਇਹ ਹੈ ਸਾਡੇ ਕੋਲ m1 ਪੁਆਇੰਟ ਤੋਂ ਰਾਈਟ ਸਾਈਡ ਜਿਹੜਾ ਪਾਰਟ ਹੁੰਦਾ ਇਹ ਹੁੰਦਾ ਸਾਡੇ ਕੋਲ m2 ਹੁਣ ਤੁਸੀਂ ਇੱਥੇ ਹੀ ਕਰਨਾ ਦੇਖੋ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਜਦੋਂ y ਐਕਸਿਸ ਦੀ ਗੱਲ ਕੀਤੀ ਹੈ ਤਾਂ ਤੁਸੀਂ x ਦੀ ਵੈਲਿਊ 0 ਐਂਡ y ਦੀ ਐਜ਼ ਇਟ ਇਜ਼ ਰੱਖਣਾ y ਨੂੰ ਔਰ x ਦੀ ਜਗ੍ਹਾ ਤੇ ਦੇਖੋ ਜੋ ਫਸਟ ਅਸੀਂ ਲਿਖਦੇ ਹਾਂ ਹਮੇਸ਼ਾ ਉਹ x ਦੀ ਵੈਲਿਊ ਹੁੰਦੀ ਹੈ ਜੋ ਦੂਜੀ ਹੁੰਦੀ ਹੈ ਉਹ y ਦੀ ਵੈਲਿਊ ਹੁੰਦੀ ਹੈ ਹੁਣ x ਦੀ ਜਗ੍ਹਾ ਤੇ ਅਸੀਂ ਕੀ ਕਰਨਾ ਹੈ 0 m1 ਕੀ ਹੈ ਹੁਣ ਦੇਖੋ ਜਿਹੜਾ k ਹੈ ਇਹਨੂੰ ਅਸੀਂ m1 ਦੀ ਜਗ੍ਹਾ ਰੱਖਣਾ ਹੈ ਔਰ ਇਸ 1 ਨੂੰ ਅਸੀਂ ਕੀ ਕਰਨਾ ਹੈ m2 ਦੀ ਜਗ੍ਹਾ ਤੇ ਰੱਖਣਾ ਹੈ m1 ਦੀ ਜਗ੍ਹਾ ਰੱਖਿਆ ਸੀ k x2 ਹੁਣ x2 ਕੀ ਹੈ ਦੇਖੋ ਇਹ ਪੁਆਇੰਟ ਜਿਹੜੇ ਸਾਨੂੰ ਦਿੱਤੇ ਨੇ ਇਹ x1 ਹੈ ਇਹ x2 ਹੈ ਇਹ y1 है ये y2 है ठीक है ਹੁਣ ਇਸ ਤਰੀਕੇ ਨਾਲ ਅਸੀਂ ਵੈਲਿਊ ਪੁੱਟ ਕਰ ਦੇਣੀ ਹੈ x2 ਦੀ ਵੈਲਿਊ ਕੀ ਹੈ -1 ਫਿਰ ਪਲੱਸ m2 ਦੀ ਵੈਲਿਊ ਦੇਖੋ 1 x1 ਦੀ ਵੈਲਿਊ 5 ਇਸ ਨੂੰ ਹਮੇਸ਼ਾ ਬ੍ਰੈਕਟ ਦੇ ਵਿੱਚ ਰੱਖਣਾ ਹੈ m1 k ਪਲੱਸ m2 1 ਹੁਣ ਇਸ ਨੂੰ ਤੁਸੀਂ ਸੋਲਵ ਕਰ ਦੋਗੇ k ਨੂੰ -1 ਨਾਲ ਮਲਟੀਪਲਾਈ ਕੀਤਾ ਤਾਂ ਕੀ ਆਏਗਾ -k plus 1 multiply 5 upon k plus 1 ਹੁਣ ਨੈਕਸਟ ਕੀ ਹੋਏਗਾ ਆਪਣੇ ਕੋਲ ਹਮੇਸ਼ਾ ਜਦੋਂ ਨੀਚੇ ਵਾਲੀ ਵੈਲਿਊ ਹੈ ਜਦੋਂ ਦੂਜੀ ਸਾਈਡ ਉੱਪਰ ਜਾਂਦੀ ਹੈ ਤਾਂ ਕੀ ਹੁੰਦਾ ਹੈ ਮਲਟੀਪਲਾਈ ਹੋ ਕੇ ਜਾਂਦੀ ਹੈ ਤਾਂ ਦੇਖੋ k plus 1 ਨੂੰ ਅਸੀਂ ਜਦੋਂ 0 ਨਾਲ ਮਲਟੀਪਲਾਈ ਕਰਾਂਗੇ ਤਾਂ ਕੀ ਹੋ ਜਾਏਗਾ ਆਨਸਰ ਸਾਰਾ 0 ਹੋ ਜਾਏਗਾ ਤਾਂ ਸਾਡੇ ਕੋਲ ਕੀ ਬਚਿਆ 0 is equal to -k plus 5 ਹੁਣ ਇਸ -k ਨੂੰ ਅਸੀਂ ਇਸ ਸਾਈਡ ਲੈ ਜਾਾਂਗੇ ਇਹ ਕੀ ਹੋ ਜਾਏਗਾ ਮਾਈਨਸ ਦਾ ਸਾਈਨ ਹੈ ਤਾਂ ਦੂਜੀ ਸਾਈਡ ਜਾ ਕੇ ਸਾਡੇ ਕੋਲ ਹੋ ਜਾਏਗਾ ਪਲੱਸ ਦਾ k is equal to 5 ਉਸੇ ਸਾਈਡ ਰੱਖਣਾ 5 ਇਹ ਸਾਡੇ ਕੋਲ ਕੀ ਵੈਲਿਊ ਬਣ ਗਈ k ਦੀ ਵੈਲਿਊ ਬਣ ਗਈ ਸਾਡੇ ਕੋਲ 5 ਤਾਂ ਅਸੀਂ ਇਸ ਦੇ ਵਿੱਚ ਪੁੱਟ ਕਰ ਦੇਣੀ ਹੈ ਦੇਖੋ k ਰੇਸ਼ੋ 1 k ਦੀ ਵੈਲਿਊ ਆਈ ਸੀ 5 ਤਾਂ ਰੇਸ਼ੋ 1 ਆਨਸਰ ਹੋ ਗਿਆ ਸਾਡੇ ਕੋਲ 5 ਰੇਸ਼ੋ 1 ਸੋ ਆਨਸਰ ਇਸ ਦਾ ਕੀ ਹੋਏਗਾ B 5 ਰੇਸ਼ੋ 1
9th क्वेश्चन अपने को, इन द फिगर इफ PA एंड PB आर टेंजेंट्स। टेंजेंट का ਤੁਹਾਨੂੰ मीनिंग पता होना चाहिए कि ਜਦੋਂ भी कोई सर्कल के उपर कोई लाइन ਜਿਹੜੀ है टच होकर लंघती है तो इसनों ਅਸੀਂ ਕਹਿੰਦੇ ਆ टेंजेंट्स। ठीक है, और जो टच होकर लंघती है जिस पॉइंट से टच होकर लंघती है, देखो जिमें पॉइंट है जिस पॉइंट से टच होकर लंघती है तो इतने 90 डिग्री का एंगल बनाती है, 90 डिग्री का एंगल बनाती है। सो नैक्सट की कह रहा है विथ सेंटर ओ है सच डैट एंगल APB इज इक्वल टू 50 डिग्री, कहते APB 50 डिग्री दिता होया, दैन एंगल OAB फाइंड करना असी कितना होएगा। देखो जो किसी सर्कल दे विच सेंटर तो असी हाफ लाइन मारते हैं तो एक ही बन जाता है रेडियस, तो जो असी फुल लाइन मार देंगे तो एक ही बन जाता है डायामीटर। ठीक है, हुण इस दे विच देखो सेंटर O है एंड इथों एक लाइन जा रही है, ए रेडियस बनाया जाएगा, इसनों असी रेडियस मनांगे, एंड जो सैकेंड लाइन जा रही है इसनों भी असी रेडियस मनांगे। सो की होएगा, देखो ए रेडियस है, दोनों साइड्स इक्वल हो गया। जदों भी किसी ट्रायंगल दे विच दो साइड्स इक्वल हो जान तो उसके ओपोजिट होने वाले एंगल भी इक्वल हो जाते हैं। सब तो पहला असी लवांगे इन क्वाड्रिलेटर। देखो क्वाड्रिलेटर किस तरह बन रहा है, PAOB, एक ही बन रहा है साढ़े को क्वाड्रिलेटर PAOB। तो इसके विच की है एंगल P है प्लस एंगल A प्लस एंगल O प्लस एंगल B इज इक्वल टू क्वाड्रिलेटर के विच 4 एंगल का जो सम है वो कितने डिग्री का होंगे, 360 डिग्री का। देखो P की वैल्यू सानू दिती है 50 प्लस A की वैल्यू 90 किवें बन गई। मैं तुहानू दस्सिया सी भी जदों भी टेंजेंट जिहड़ी है सर्कल के जिस पॉइंट से जाके टच करती है तो उत्थे जाके की करती है वो 90 डिग्री का एंगल बनाती है। सो A की वैल्यू हो गई 90 प्लस O की वैल्यू सानू पता नहीं, प्लस B की वैल्यू भी 90 क्योंकि ये भी इतने टेंजेंट है टच होकर जा रही है तो 90 डिग्री का एंगल बना रही है, इज इक्वल टू 360 50 90 एंड 90 इन्होंने प्लस कर देंगे तो की आंसर आएगा साढ़े को 230 डिग्री इज इक्वल टू 360 डिग्री 50 90 90 प्लस कर देंगे तो की आएगा आंसर 230 डिग्री प्लस एंगल O इज इक्वल टू 360 डिग्री, एंगल O इज इक्वल टू 360 डिग्री। हुण जिहड़ी आ साढ़े को 230 आ ये दूजी साइड जाएगा, दूजी साइड जाके की हो जाएगा माइनस हो जाएगा 230, एंगल O इज इक्वल टू माइनस करके की आंसर आया साढ़े को 130 डिग्री। हुण एंगल O की वैल्यू आ गई साढ़े को 130 डिग्री, पर असीं फाइंड की करना है एंगल OAB, मतलब कि जो सेंटर के विच देखो की लिखिया A, यानी A एंगल जो फाइंड करना सी, तो असीं किवें करांगे इन ट्रायंगल AOB। देखो किसी भी ट्रायंगल के विच तीनों एंगल का जो सम है वो कितने डिग्री का होंगे, 180 डिग्री का। सो एंगल A प्लस एंगल O प्लस एंगल B इज इक्वल टू 180 डिग्री। हुण A नूं असीं मान लांगे X, एंगल O की वैल्यू 130 डिग्री प्लस B की वैल्यू भी X इज इक्वल टू 180 डिग्री, X प्लस X 2x प्लस 130 डिग्री इज इक्वल टू 180 डिग्री, तो 2x इज इक्वल टू 180 चो 130 माइनस किया तो आंसर आया साढ़े को 50 डिग्री, x इज इक्वल टू 50.2 कटिंग हो जाएगी 25, x इज इक्वल टू आंसर आ गया साढ़े को 25, तो मीनस 25 ते असीं टिक कर देंगे। क्वेश्चन नंबर 10 अपने को, इफ साइन A इज इक्वल टू 1/2 then the value of secant A। हुण ऐसे क्वेश्चनों ਨੂੰ ਕਰਨ ਦੇ ਲਈ ਤੁਹਾਨੂੰ ਯਾਦ ਹੋਣਾ ਚਾਹੀਦਾ ਟ੍ਰਿਗਨੋਮੈਟਰੀ ਟੇਬਲ ਜਿਸ ਦੇ ਵਿੱਚ ਵੈਲਿਊਜ਼ ਦਿੱਤੀਆਂ ਹੁੰਦੀਆਂ, ਉਸ ਦਾ ਮੈਂ ਸਕਰੀਨਸ਼ਾਟ ਵੀ ਤੁਹਾਨੂੰ ਸ਼ੇਅਰ ਕਰ ਦਾਂਗਾ। ਪਰ ਇੱਥੇ ਤੁਸੀਂ ਹੁਣ ਕੀ ਕਰਨਾ ਹੈ, ਪਰ ਇੱਥੇ ਤੁਸੀਂ ਵੈਲਿਊ ਪੁੱਟ ਕਰਨੀ ਹੈ sin A इज इक्वल टू 1/2 मीनस भी साइन ए, ਇਹਦਾ मतलब की होया कि ਜਿਹੜਾ 1/2 है ये साइन ਦੇ किन्ने डिग्री की वैल्यू है, तो सानू पता होना चाहिए कि साइन 30 डिग्री की वैल्यू है 1/2। तो तुसी की करना, देखो एक राइट एंगल बनाना है,
ਰਾਈਟ ਐਂਗਲ ਦੇ ਵਿੱਚ ਨੀਚੇ ਜੋ ਲਾਈਨ ਦਿੱਤੀ ਹੈ ਉਹ ਬੇਸ, ਇਹ ਜੋ ਸਿੱਧੀ ਲਾਈਨ ਹੈ ਇਸ ਨੂੰ ਕੀ ਕਹਿੰਦੇ ਆ P, ਇਹ ਜੋ ਆਹ ਵਾਲੀ ਲਾਈਨ ਹੈ ਇਸ ਨੂੰ ਕੀ ਕਹਿੰਦੇ ਆ ਅਸੀਂ H, ਯਾਨੀ ਹਾਈਪੋਟੈਨਸ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਈਨ ਕੋਸ ਟੈਨ ਇਹਨਾਂ ਦੀ ਜਿਹੜੀ ਵੈਲਿਊ ਅਸੀਂ ਕਿਵੇਂ ਦੇਖਦੇ ਹਾਂ, ਜਿਸ ਦਾ ਇੱਕ ਫਾਰਮੂਲਾ ਹੁੰਦਾ ਹੈ P B P H H B। ਇਸ ਦੀ ਫੁੱਲ ਫਾਰਮ ਕੀ ਅਸੀਂ ਮੰਨਦੇ ਹਾਂ, ਪੰਡਿਤ ਬਦਰੀ ਪ੍ਰਸਾਦ ਹਰ ਹਰ ਬੋਲ। ਸਾਈਨ ਕੋਸ ਟੈਨ, ਨੀਚੇ ਆ ਗਿਆ ਫਿਰ ਆਪਣੇ ਕੋਲ ਕੋਸਿਕ ਸੀਕੈਂਟ ਐਂਡ कॉट। ठीक है जी। हुण साइन किस दे इक्वल होएगा, P पॉन H दे, तो इसका मतलब की है P पॉन H। हुण साडे कोल की रह गया, बेस। हुण बेस फाइंड करन लई असीं की करदे हां, असीं यूज करदे हां पाइथागोरस थ्योरम। ठीक है, जिस दे विच असीं फार्मूला पुट करदे हां H स्क्वायर इज इक्वल टू P स्क्वायर प्लस B स्क्वायर। H की वैल्यू कितनी है 2, 2 का स्क्वायर हो जाएगा, P की वैल्यू 1 तो 1 का स्क्वायर हो जाएगा, B की वैल्यू सानू पता नहीं, तो 2 का स्क्वायर मीनस 2 नू 2 नाल मल्टीप्लाई किया, आंसर आ गया 4 इज इक्वल टू 1 का स्क्वायर 1 प्लस B का स्क्वायर B का स्क्वायर B स्क्वायर ही रहेगा। 4 1 की वैल्यू इस साइड जाएगी, -1 इज इक्वल टू B का स्क्वायर, 4 - 1 3 इज इक्वल टू B का स्क्वायर। हुण ये जिहड़ा स्क्वायर है इस साइड जाके की हो जाएगा, रूट बन जाएगा, तो जिहड़ी 3 की वैल्यू की बन जाएगी रूट दे विच √3, तो अपने को B की वैल्यू आ गई √3। हुण इसनूं सिंपल असीं पुट कर दांगे किस दे विच, सीकेंट A। सीकेंट A नूं असीं किवें देखदे हां, H अपॉन B। ठीक है जी। सो H की वैल्यू कितनी आ गई अपने को 2, B की वैल्यू कितनी आ गई अपने को 3, आंसर हो गया अपने को 2/√3। ਪਾਈਥਾਗੋਰਸ ਦੇ ਸਮਸ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਦੇ ਲਈ ਮੈਂ ਇੱਕ ਵੀਡੀਓ ਬਣਾਈ ਹੋਈ ਹੈ ਸਪੈਸ਼ਲ ਪਾਈਥਾਗੋਰਸ ਥਿਓਰਮ ਤੇ, ਜਿਸ ਦਾ ਲਿੰਕ ਜਿਹੜਾ ਹੈਗਾ ਉੱਪਰ ਤੁਹਾਨੂੰ ਆਈ ਬਟਨ ਤੇ ਸ਼ੋ ਹੋ ਰਿਹਾ ਹੋਵੇਗਾ, ਤੁਸੀਂ ਉੱਥੇ ਜਾ ਕੇ ਮੇਰੀ ਵੀਡੀਓ ਵੀ ਦੇਖ ਸਕਦੇ ਹੋ।